ਹੈਲੋ ਡੀਅਰ ਸਟੂਡੈਂਟਸ, ਵੈਲਕਮ ਬੈਕ ਟੂ ਮਾਈ YouTube ਚੈਨਲ। ਸੋ ਇਸ ਵੀਡੀਓ ਦੇ ਵਿੱਚ ਅਸੀਂ ਬੱਚੇ 12th ਕਲਾਸ ਦਾ ਸੈਂਪਲ ਪੇਪਰ ਡਿਸਕਸ ਕਰਨ ਜਾ ਰਹੇ ਹਾਂ, ਜੋ ਕਿ ਸਾਡਾ ਸੈਕਿੰਡ ਸੈਂਪਲ ਪੇਪਰ ਹੈ ਪ੍ਰੀ ਬੋਰਡ ਦਾ। 1.5 ਘੰਟੇ ਦਾ ਟਾਈਮ ਆ, ਮਤਲਬ 1.5 ਘੰਟੇ ਦੇ ਅੰਦਰ ਅੰਦਰ ਬੱਚੇ ਤੁਸੀਂ ਪੇਪਰ ਕੰਪਲੀਟ ਕਰਨਾ, ਜਿਹੜਾ ਕਿ ਬਹੁਤ ਵੱਡਾ ਚੈਲੰਜ ਆ ਤੁਹਾਡੇ ਦੇ। ਸੋ ਬੱਚੇ ਟਰਾਈ ਕਰੋ, ਅਗਰ ਤੁਸੀਂ ਔਨਲਾਈਨ ਪੇਪਰ ਵੀ ਕਰ ਰਹੇ ਹੋ ਜਾਂ ਔਨਲਾਈਨ ਟੈਸਟ ਵੀ ਦੇ ਰਹੇ ਆ ਤਾਂ ਇਮਾਨਦਾਰੀ ਨਾਲ ਬੱਚੇ 90 ਮਿੰਟ ਦੇ ਅੰਦਰ ਅੰਦਰ ਆਪਣਾ ਟੈਸਟ ਕੰਪਲੀਟ ਕਰਨ ਦੀ ਕੋਸ਼ਿਸ਼ ਕਰੋ। ਬਿਕੋਜ਼ ਬਹੁਤ ਸਾਰੇ ਬੱਚੇ ਜਿਹੜੇ ਔਨਲਾਈਨ ਦੇ ਚੱਕਰ ਦੇ ਵਿੱਚ, ਹੁਣ ਤਾਂ ਪ੍ਰੀ ਬੋਰਡ ਤੁਸੀਂ ਔਨਲਾਈਨ ਦੇ ਰਹੇ ਆ, ਕਾਫੀ ਸਕੂਲਸ ਦੇ ਵਿੱਚ ਬੱਚੇ ਪ੍ਰੀ ਬੋਰਡ ਔਨਲਾਈਨ ਵੀ ਹੋ ਰਿਹਾ, ਆਫਲਾਈਨ ਵੀ ਹੋ ਰਿਹਾ। ਅਗਰ ਆਫਲਾਈਨ ਹੋ ਰਿਹਾ ਤਾਂ ਬੱਚੇ ਵੈਲ ਐਂਡ ਗੁੱਡ ਆ, ਤੁਹਾਨੂੰ ਐਕਸਪੀਰੀਅੰਸ ਪਤਾ ਲੱਗ ਜਾਏਗਾ ਤੁਸੀਂ ਕਿੰਨਾ ਕੁ ਟਾਈਮ ਦੇ ਅੰਦਰ ਕਿੰਨਾ ਕੁ ਪੇਪਰ ਕੰਪਲੀਟ ਕਰ ਸਕਦੇ ਆ। ਅਗਰ ਤੁਸੀਂ ਔਨਲਾਈਨ ਦੇ ਰਹੇ ਆ ਤਾਂ ਬੱਚੇ ਦਿਮਾਗ ਦੇ ਉੱਤੇ ਉਹ ਟੈਨਸ਼ਨ ਜਾਂ ਫਿਰ ਥੋੜ੍ਹਾ ਰਿਲੈਕਸੇਸ਼ਨ ਟਾਈਮ ਆ ਜਾਂਦਾ ਆ। ਸੋ ਟਾਈਮ ਮੈਨੇਜਮੈਂਟ ਨਹੀਂ ਹੋ ਪਾਉਂਦੀ, ਸਾਨੂੰ ਨਹੀਂ ਪਤਾ ਲੱਗਦਾ ਅਸੀਂ ਕਿੰਨੇ ਟਾਈਮ 'ਚ ਕੀ ਕਰਦੇ ਹਾਂ। ਸੋ ਟਰਾਈ ਕਰੋ ਕਿ 1.5 ਘੰਟੇ ਦੇ ਅੰਦਰ ਅੰਦਰ ਜਾਂ 90 ਮਿੰਟ ਦੇ ਅੰਦਰ ਆਪਣਾ ਜਿਹੜਾ ਪੇਪਰ ਕੰਪਲੀਟ ਕਰੋ। ਸੋ ਬੱਚੇ ਸੈਕਿੰਡ ਜੋ ਪ੍ਰੀ ਬੋਰਡ ਪੇਪਰ ਹੈ ਬਹੁਤ ਜ਼ਿਆਦਾ ਈਜ਼ੀ, 1 ਔਰ 2 ਮਾਰਕਸ ਦੇ ਕੁਐਸਚਨ ਬੱਚੇ ਬਹੁਤ ਜ਼ਿਆਦਾ ਈਜ਼ੀ ਕੁਐਸਚਨਸ ਪੁੱਛੇ ਗਏ ਆ। ਜੋ 3 ਮਾਰਕਸ ਦੇ ਕੁਐਸਚਨ ਹੈ ਇਹ ਥੋੜ੍ਹੇ ਜਿਹੇ ਰਾਜੇ ਅਨਇੰਪੋਰਟੈਂਟ ਕੁਐਸਚਨਸ ਹੈ। ਪੰਜਾਬ ਬੋਰਡ ਦੇ ਅਕੋਰਡਿੰਗਲੀ ਅਗਰ ਦੇਖਿਆ ਜਾਵੇ 3 ਮਾਰਕਸ ਦੇ ਕੁਐਸਚਨਸ ਰਾਜੇ ਥੋੜ੍ਹੇ ਜਿਹੇ ਅਨਇੰਪੋਰਟੈਂਟ ਕੁਐਸਚਨਸ ਸੈਕਿੰਡ ਸੈਂਪਲ ਪੇਪਰ ਦੇ ਵਿੱਚ ਪੁੱਛੇ ਗਏ ਆ। ਲੇਕਿਨ 5 ਮਾਰਕਸ ਦੇ ਕੁਐਸਚਨ ਜੋ ਹੈ ਦੈਟ ਆਰ ਦ ਮੋਸਟ ਇੰਪੋਰਟੈਂਟ ਕੁਐਸਚਨਸ। ਸੋ ਚਲੋ ਬੱਚੇ ਆਪਾਂ ਡਿਸਕਸ ਕਰਨਾ ਸਟਾਰਟ ਕਰਦੇ ਹਾਂ ਫਸਟ ਕੁਐਸਚਨ ਤੋਂ। ਠੀਕ ਹੈ, ਫਸਟ ਕੁਐਸਚਨ ਹੈ ਸਾਡਾ, ਵਾਈ ਆਰ ਡੇਂਜਰ ਸਿਗਨਲ ਰੈਡ ਇਨ ਕਲਰ। ਜਿਹੜਾ ਡੇਂਜਰ ਸਿਗਨਲ ਹੈ ਉਹ ਆਲਵੇਜ਼ ਰੈਡ ਕਲਰ ਦਾ ਕਿਉਂ ਯੂਜ਼ ਕੀਤਾ ਜਾਂਦਾ ਆ? ਸੋ ਆਂਸਰ ਇਜ਼ ਵੇਵਲੈਂਥ ਆਫ ਰੈਡ ਕਲਰ ਇਜ਼ ਲਾਰਜਰ ਅਮੰਗਸ ਦ 7 ਕਲਰਸ। 7 ਕਲਰਸ ਦੇ ਵਿੱਚੋਂ ਸਭ ਤੋਂ ਜ਼ਿਆਦਾ ਜੋ ਵੇਵਲੈਂਥ ਆ ਬੱਚੇ ਉਹ ਰੈਡ ਕਲਰ ਦੀ ਹੁੰਦੀ ਆ, ਐਂਡ ਹੈਂਸ ਰੈਡ ਕਲਰ ਇਜ਼ ਲੀਸਟ ਸਕੈਟਰਡ। ਇਸ ਕਰਕੇ ਰੈਡ ਕਲਰ ਜਿਹੜਾ ਆ ਘੱਟ ਸਕੈਟਰ ਹੁੰਦਾ ਆ। ਸੋ ਬੱਚੇ ਐਕੂਰੇਟ ਦੀ ਬੁੱਕ ਦੇ ਵਿੱਚੋਂ ਕੁਐਸਚਨਸ ਜਿਹੜੇ ਆ ਮੋਸਟ ਪ੍ਰੋਬੇਬਲੀ ਆ ਰਹੇ ਆ। ਸੋ ਆਂਸਰ ਤੁਸੀਂ ਦੇਖ ਸਕਦੇ ਆ, ਵੇਵਲੈਂਥ ਆਫ ਰੈਡ ਕਲਰ ਇਜ਼ ਲਾਰਜੈਸਟ ਅਮੰਗਸ ਦ 7 ਕਲਰ। 7 ਕਲਰਸ ਦੇ ਵਿੱਚੋਂ ਸਭ ਤੋਂ ਜ਼ਿਆਦਾ ਬੱਚੇ ਰੈਡ ਲਾਈਟ ਦੀ ਵੇਵਲੈਂਥ ਜਿਹੜੀ ਜ਼ਿਆਦਾ ਹੁੰਦੀ ਹੈ, ਐਂਡ ਹੈਂਸ ਰੈਡ ਕਲਰ ਇਜ਼ ਲੀਸਟ ਸਕੈਟਰ। ਇਸ ਕਰਕੇ ਘੱਟ ਸਕੈਟਰ ਕਰਦੀ ਆ। ਸੋ ਇਟ ਕੈਨ ਬੀ ਸੀਨ ਫਰੋਮ ਲਾਰਜੈਸਟ ਡਿਸਟੈਂਸ, ਦੈਟ ਇਜ਼ ਵਾਈ ਦ ਡਾਰਕ ਡੇਂਜਰ ਸਿਗਨਲ ਆਰ ਰੈਡ ਇਨ ਕਲਰ। ਜਿਹੜਾ ਬੱਚੇ ਰੈਡ ਸਿਗਨਲ ਆ ਉਹ ਲਾਰਜ ਡਿਸਟੈਂਸ ਮਤਲਬ ਦੂਰੋਂ ਹੀ ਸਾਨੂੰ ਦਿਖਾਈ ਦੇ ਜਾਂਦਾ ਆ, ਜਿਹਦੀ ਵਜ੍ਹਾ ਨਾਲ ਕੀ ਹੁੰਦਾ ਆ, ਅਸੀਂ ਡੇਂਜਰ ਸਿਗਨਲ ਤਾਂ ਕਿ ਉਹ ਦੂਰੋਂ ਦੇਖਿਆ ਜਾ ਸਕੇ, ਇਸ ਕਰਕੇ ਉਹ ਰੈਡ ਕਲਰ ਦਾ ਯੂਜ਼ ਕੀਤਾ ਜਾਂਦਾ ਆ। ਨੈਕਸਟ ਕੁਐਸਚਨ ਦੇਖਦੇ ਹਾਂ। ਸੈਕੰਡ ਕੁਐਸਚਨ ਇਜ਼ ਡਿਫਾਈਨ ਮਾਲਿਸ ਲਾਅ ਆਫ ਪੋਲਰਾਈਜੇਸ਼ਨ ਆਫ ਲਾਈਟ। ਦਿਸ ਇਜ਼ ਅ ਅਨਇੰਪੋਰਟੈਂਟ ਕੁਐਸਚਨ ਅਕੋਰਡਿੰਗ ਟੂ ਦ ਪੰਜਾਬ ਬੋਰਡ। ਬੱਚੇ ਪੰਜਾਬ ਬੋਰਡ ਦੇ ਵਿੱਚ ਮਾਲਿਸ ਲਾਅ ਜਿਹੜਾ ਆ ਪੋਲਰਾਈਜੇਸ਼ਨ ਦਾ ਉਹ ਬਹੁਤ ਰੇਅਰ ਚਾਂਸਿਸ ਆ ਕਿ ਪੁੱਛੇ ਜਾਣ। ਬਟ ਅਗਰ ਸੈਂਪਲ ਪੇਪਰ ਦੇ ਵਿੱਚ ਬੱਚੇ ਕੋਈ ਵੀ ਕੁਐਸਚਨ ਤੁਹਾਨੂੰ ਪੁੱਛਿਆ ਜਾ ਰਿਹਾ ਆ, ਇਟ ਮੀਨਸ ਕਿ ਇੱਦਾਂ ਦੇ ਕੁਐਸਚਨ ਤੁਹਾਡੇ ਫਾਈਨਲ ਬੋਰਡ ਦੇ ਵਿੱਚ ਪੁੱਛੇ ਜਾ ਸਕਦੇ ਆ। ਫਸਟ ਟਰਮ ਦੇ ਵਿੱਚ ਵੀ ਰਾਜੇ ਇੱਦਾਂ ਹੀ ਹੋਇਆ ਸੀ, ਕਾਫੀ ਕੁਐਸਚਨਸ ਇੱਦਾਂ ਦੇ ਸੀ ਜੋ ਪੰਜਾਬ ਬੋਰਡ ਦੇ ਨਹੀਂ ਸੀ, ਬਟ ਫਿਰ ਵੀ ਉਹ ਫਾਈਨਲ ਪੇਪਰ ਤੱਕ ਸੈਂਪਲ ਪੇਪਰ ਤੋਂ ਲਏ ਗਏ ਸੀ ਔਰ ਉਹਦੇ ਵਿੱਚ ਆਏ ਵੀ ਸੀ। ਸੋ ਟਰਾਈ ਕਰੋ ਜਿਹੜਾ ਵੀ ਸੈਂਪਲ ਪੇਪਰ ਦੇ ਅੰਦਰ ਬੱਚੇ ਕੁਐਸਚਨ ਆ ਰਿਹਾ ਆ ਉਹ ਤੁਸੀਂ ਕਰਕੇ ਹੀ ਜਾਓ। ਸੋ ਬੱਚੇ ਇਹਦਾ ਆਂਸਰ ਚੈੱਕ ਕਰ ਲੈਂਦੇ ਆ। It states that the intensity of plane polarization light that passes through an analyzer versus as the square of the cosine of the angle between the plane of the polarizer and the transmission axis of the analyzer। ਸੋ ਇੱਕ ਬੱਚੇ ਪੋਲਰਾਈਜ਼ਰ ਆ ਔਰ ਇੱਕ ਐਨਾਲਾਈਜ਼ਰ ਆ, ਦੋਨਾਂ ਦੇ ਵਿੱਚੋਂ ਜਦੋਂ ਇੰਟੈਂਸਿਟੀ ਆਫ ਲਾਈਟ ਜਿਹੜੀ ਆ ਪਾਸ ਹੁੰਦੀ ਆ ਪੋਲਰਾਈਜ਼ਡ ਲਾਈਟ, ਸੋ ਉਹਦੇ ਵਿੱਚ ਜਿਹੜਾ ਕੋਸਾਈਨ ਐਂਗਲ ਬਣਦਾ ਆ ਉਸ ਐਂਗਲ ਨੂੰ ਜਿਹੜਾ ਆ ਮਾਲਿਸ ਲਾਅ ਜਿਹੜਾ ਆ ਕਿਹਾ ਜਾਂਦਾ ਆ। ਸੋ ਇਸ ਤਰੀਕੇ ਨਾਲ ਬੱਚੇ ਇਹਦੀ ਡਾਇਗਰਾਮ ਜਿਹੜੀ ਅਸੀਂ ਡਰॉ ਕਰਕੇ ਵੀ ਆ ਸਕਦੇ ਹਾਂ ਕਿ ਇੱਕ ਪੋਲਰਾਈਜ਼ਰ ਆ ਔਰ ਇੱਕ ਐਨਾਲਾਈਜ਼ਰ ਆ ਸਾਡੇ ਕੋਲ ਇਸ ਤਰੀਕੇ ਦਾ। ਸੋ ਪੋਲਰਾਈਜ਼ਰ 'ਚ ਬੱਚੇ ਇਸ ਤਰੀਕੇ ਨਾਲ ਰੇ ਆਫ ਲਾਈਟ ਪਾਸ ਹੋ ਸਕਦੀ ਹੈ, ਐਨਾਲਾਈਜ਼ਰ ਦੇ ਵਿੱਚ ਕਿਸੇ ਪਰਟੀਕੂਲਰ ਐਂਗਲ ਥੀਟਾ ਦੇ ਨਾਲ ਹੋ ਸਕਦੀ ਆ। ਸੋ ਅਸੀਂ ਮੈਥਮੈਟੀਕਲ ਪੋਰਸ਼ਨ ਨਹੀਂ ਇੱਥੇ ਕਰਾਂਗੇ, ਜਸਟ ਡੈਫੀਨੇਸ਼ਨ ਵੀ ਦੇ ਕੇ ਆਵਾਂਗੇ ਤਾਂ ਜਿਹੜਾ ਤੁਹਾਡੇ ਫੁੱਲ ਮਾਰਕਸ ਆ ਉਹ ਤੁਹਾਨੂੰ ਮਿਲ ਜਾਣਗੇ। ਵਟ ਆਰ ਆਈਸੋਬਾਰਸ। ਹੁਣ ਆਈਸੋਬਾਰਸ ਕੀ ਹੈ? ਗਿਵ ਐਗਜ਼ਾਮਪਲ। ਕੋਈ ਵੀ ਤੁਸੀਂ ਇੱਕ ਐਗਜ਼ਾਮਪਲ ਦੇ ਸਕਦੇ ਆ ਰਾਜੇ। ਜਿਹੜਾ ਆਈਸੋਬਾਰ, ਆਈਸੋਟੋਨ ਵਗੈਰਾ ਕੁਐਸਚਨਸ ਆ, ਦੀਜ਼ ਆਰ ਦਾ ਮੋਸਟ ਇੰਪੋਰਟੈਂਟ ਕੁਐਸਚਨ। ਸੋ ਰਾਜੇ ਇਹ ਜਿਹੜਾ ਆ ਤੁਸੀਂ ਬਹੁਤ ਜ਼ਿਆਦਾ ਅੱਛੇ ਤਰੀਕੇ ਨਾਲ ਪ੍ਰਿਪੇਅਰ ਕਰਕੇ ਜਾਣਾ ਆ। ਸੋ ਵਟ ਇਜ਼ ਆਈਸੋਬਾਰ? ਦ ਐਟਮਸ ਆਫ ਡਿਫਰੈਂਟ ਕੈਮੀਕਲ ਐਲੀਮੈਂਟਸ ਹੈਵਿੰਗ ਸੇਮ ਮਾਸ ਨੰਬਰ, ਜਿਨ੍ਹਾਂ ਦਾ A ਸੇਮ ਹੋਵੇ ਬਟ ਡਿਫਰੈਂਟ ਅਟੋਮਿਕ ਨੰਬਰ। ਅਟੋਮਿਕ ਨੰਬਰ ਮਤਲਬ ਜਿਨ੍ਹਾਂ ਦਾ Z ਜਿਹੜਾ ਆ ਡਿਫਰੈਂਟ ਹੋਵੇ, ਆਰ ਕਾਲਡ ਆਈਸੋਬਾਰਸ। ਸੋ ਆਈਸੋਬਾਰਸ ਦੀਆਂ ਅਸੀਂ ਕੋਈ ਵੀ ਐਗਜ਼ਾਮਪਲ ਦੇਣੀ ਆ, ਲਾਈਕ ਹਾਈਡਰੋਜਨ ਦੇ ਪੈਰ 'ਚ ਬੱਚੇ ਨੀਚੇ ਕਿੰਨਾ ਆ 1, ਉਹਦੀ ਪਾਵਰ ਕਿੰਨੀ ਆ 3। ਸਿਮਿਲਰਲੀ ਹੀਲੀਅਮ ਹੈ, ਇਹਦੀ ਪਾਵਰ ਕਿੰਨੀ ਹੈ 3 ਔਰ ਪੈਰ ਦੇ ਵਿੱਚ ਕਿੰਨਾ ਆਉਂਦਾ 2। ਸੋ ਇਹ ਹੋ ਗਏ ਤੁਹਾਡੇ ਜਿਹੜੇ ਆ
ਜਿਹੜੇ ਇਹਨਾਂ ਦੇ ਮਾਸ ਨੰਬਰ ਹੈ ਉਹ ਕੀ ਆ ਸੇਮ ਆ ਮਾਸ ਨੰਬਰ ਕਿੰਨੇ ਆ ਸੇਮ ਆ 3 ਬਟ ਅਟੋਮਿਕ ਨੰਬਰ ਦੋਨਾਂ ਦੇ ਕੀ ਆ ਡਿਫਰੈਂਟ 2 and 1 ਕਲੀਅਰ ਹੋ ਗਿਆ ਰਾਜੇ ਸਿਮਿਲਰਲੀ ਕੋਈ ਹੋਰ ਐਗਜ਼ਾਮਪਲ ਲੈ ਸਕਦੇ ਆ ਆਰਸੈਨਿਕ ਐਂਡ ਕੈਲਸ਼ੀਅਮ ਸੋ ਬੱਚੇ ਆਰਸੈਨਿਕ ਦਾ ਨੰਬਰ 40 ਇੱਧਰ ਵੀ 40 ਸੋ ਆਰਸੈਨਿਕ ਦਾ ਨੰਬਰ ਅਟੋਮਿਕ ਨੰਬਰ 18 ਔਰ ਸੀਏ ਦਾ ਅਟੋਮਿਕ ਨੰਬਰ 20 ਸੋ ਕੋਈ ਵੀ ਐਗਜ਼ਾਮਪਲ ਉਹਨਾਂ ਨੇ ਕੋਈ ਕਿਹਾ 1 ਐਗਜ਼ਾਮਪਲ ਲਿਖ ਦਿਓ 1 ਮਾਰਕਸ ਦਾ ਕੁਐਸਚਨ ਹੈ ਰਾਜੇ ਕੋਈ ਵੀ ਐਗਜ਼ਾਮਪਲ ਜੋ ਤੁਹਾਨੂੰ ਲਰਨ ਆ ਤੁਸੀਂ ਉਹ ਲਿਖ ਕੇ ਆ ਸਕਦੇ ਆ ਨੈਕਸਟ ਆ ਵਟ ਡੂ ਯੂ ਮੀਨ ਬਾਈ ਫੋਟੋ ਇਲੈਕਟ੍ਰਿਕ ਇਫੈਕਟ ਦਿਸ ਇਜ਼ ਅ ਮੋਸਟ ਇੰਪੋਰਟੈਂਟ ਕੁਐਸਚਨ ਕਿ ਫੋਟੋ ਇਲੈਕਟ੍ਰਿਕ ਇਫੈਕਟ ਕੀ ਆ ਬਹੁਤ ਫਸਟ ਸੈਂਪਲ ਪੇਪਰ ਦੇ ਵਿੱਚ ਦੈਨ ਮਾਡਲ ਟੈਸਟ ਪੇਪਰ ਦੇ ਅੰਦਰ ਵੀ ਬੱਚੇ ਇਹ ਕੁਐਸਚਨ ਆ ਚੁੱਕਾ ਆ ਕਿ ਫੋਟੋ ਇਲੈਕਟ੍ਰਿਕ ਇਫੈਕਟ ਕੀ ਆ ਦ ਫਿਨੋਮੀਨਾ ਆਫ ਇਜੈਕਸ਼ਨ ਆਫ ਇਲੈਕਟ੍ਰੋਨਸ ਫਰੋਮ ਅ ਮੈਟਲ ਸਰਫੇਸ ਜਦੋਂ ਕਿਸੇ ਮੈਟਲ ਸਰਫੇਸ ਦੇ ਵਿੱਚੋਂ ਕੋਈ ਇਲੈਕਟ੍ਰੋਨ ਜਿਹੜੇ ਆ ਇਜੈਕਟ ਹੋ ਜਾਣ ਮੰਨ ਲਓ ਆ ਤੁਹਾਡੀ ਮੈਟਲ ਸਰਫੇਸ ਆ ਅਸੀਂ ਇਹਦੇ ਉੱਤੇ ਲਾਈਟ ਫਾਲ ਕਰਵਾਈ ਸੋ ਬੱਚੇ ਡੈਫੀਨੇਸ਼ਨ ਲਿਖ ਲਓ ਦ ਫਿਨੋਮੀਨਾ ਆਫ ਇਜੈਕਸ਼ਨ ਆਫ ਇਲੈਕਟ੍ਰੋਨਸ ਫਰੋਮ ਅ ਮੈਟਲ ਸਰਫੇਸ ਵੈਨ ਲਾਈਟ ਆਫ ਸੁਟੇਬਲ ਹਾਈ ਫ੍ਰੀਕੁਐਂਸੀ ਫਾਲਸ ਔਨ ਇਟ ਜਦੋਂ ਅਸੀਂ ਹਾਈ ਫ੍ਰੀਕੁਐਂਸੀ ਬੱਚੇ ਇਹਦੇ ਉੱਤੇ એનર્ਜੀ ਜਿਹੜੀ ਆ ਫਾਲ ਕਰਵਾਵਾਂਗੇ ਇਜ਼ ਨੋਨ ਐਜ਼ ਫੋਟੋ ਇਲੈਕਟ੍ਰਿਕ ਇਫੈਕਟ ਦੁਬਾਰਾ ਸੁਣ ਲਓ ਦ ਫਿਨੋਮੀਨਾ ਆਫ ਇਜੈਕਸ਼ਨ ਆਫ ਇਲੈਕਟ੍ਰੋਨਸ from a metal surface when light of suitable high frequency falls on it is known as photoelectric effect. Next, what do you mean by extrinsic semiconductor? Bache, this is also most important question. Intrinsic semiconductor ਕੀ ਆ ਤੇ extrinsic semiconductor ਕੀ ਆ p type ਕੀ ਆ ਔਰ n type ਕੀ ਆ ਇਹ ਕੁਛ ਇੱਕ ਐਗਜ਼ਾਮਪਲਸ ਬੱਚੇ ਇੱਦਾਂ ਦੀਆਂ ਆ ਜਿਨ੍ਹਾਂ ਦੇ ਵਿੱਚੋਂ 100% ਸ਼ੋਰ ਆ ਕਿ ਤੁਹਾਡਾ ਕੋਈ ਨਾ ਕੋਈ ਕੁਐਸਚਨ ਆ ਹੀ ਜਾਏਗਾ ਹੁਣ ਇੱਥੇ ਐਕਸਟ੍ਰਿੰਸਿਕ ਸੈਮੀਕੰਡਕਟਰ ਪੁੱਛਿਆ ਐਕਸਟ੍ਰਿੰਸਿਕ ਸੈਮੀਕੰਡਕਟਰ ਕੀ ਹੁੰਦਾ ਜਦੋਂ ਕਿਸੇ ਵੀ ਇੱਕ ਇੰਟ੍ਰਿੰਸਿਕ ਸੈਮੀਕੰਡਕਟਰ ਦੇ ਅੰਦਰ ਅਸੀਂ ਕੋਈ ਇੰਪਿਓਰਿਟੀ ਐਡ ਕਰ ਦਿੰਦੇ ਆ ਸੋ ਡੈਫੀਨੇਸ਼ਨ ਕੀ ਬਣੇਗੀ ਇਹਦੀ ਅ ਸੈਮੀਕੰਡਕਟਰ obtained after adding impurity in the intrinsic semiconductor are known as extrinsic semiconductors. क्लियर हो गया जी सिर्फ 1 मार्क्स की डेफिनेशन सी बच्चे ਅਸੀਂ 1 मार्क्स ही लिखांगे नेक्स्ट आ मेक अ रे डायग्राम ऑफ अ सिंपल माइक्रोस्कोप व्हेन फाइनल इमेज इज फॉर्म्ड एट डिस्टेंस d सो बच्चे ਅਸੀਂ ਸਿੰਪਲ ਮਾਈਕਰੋਸਕੋਪ ਦੀ ਡੈਫੀਨੇਸ਼ਨ ਦੇਖਦੇ ਹਾਂ ਸੋ ਬੱਚੇ ਸਭ ਤੋਂ ਪਹਿਲਾਂ ਕੀ ਕਰਨਾ ਅਸੀਂ ਇੱਕ ਆਬਜੈਕਟ ਰੱਖ ਦਿੱਤਾ ਕਨਵੈਕਸ ਮਿਰਰ ਦੇ ਬਿਲਕੁਲ ਸਾਹਮਣੇ ਲੈਂਸ ਦੇ ਸਾਹਮਣੇ ਦਿਸ ਇਜ਼ ਅ ਕਨਵੈਕਸ ਲੈਂਸ ਦੇ ਸਾਹਮਣੇ ਬੱਚੇ ਅਸੀਂ ਇੱਕ ਆਬਜੈਕਟ ਰੱਖਿਆ ਦੈਟ ਇਜ਼ ਏ ਬੀ ਔਰ ਜਿਹਦੀ ਇਹਦੀ ਇਮੇਜ ਆ ਬੱਚੇ ਉਹ ਸੇਮ ਸਾਈਡ ਤੇ ਜਿਹੜੀ ਤੁਹਾਡੀ ਇਮੇਜ ਆ ਉਹ ਪ੍ਰੋਡਿਊਸ ਹੋ ਜਾਏਗੀ ਵਿਚ ਇਜ਼ ਅ ਵਰਚੁਅਲ ਇਮੇਜ ਐਟ ਡਿਸਟੈਂਸ d ਕਲੀਅਰ ਹੋ ਗਿਆ ਸੋ ਬਹੁਤ ਸਿੰਪਲ ਜੀ ਡਾਇਗਰਾਮ ਆ ਬੱਚੇ 2 ਮਾਰਕਸ ਦੀ ਡਾਇਗਰਾਮ ਉਹਨਾਂ ਨੇ ਪੁੱਛਿਆ ਸੀ ਕਿ ਸਿੰਪਲ ਮਾਈਕਰੋਸਕੋਪ ਦੀ ਜਿਹੜੀ ਤੁਸੀਂ ਡਾਇਗਰਾਮ ਪਲਾਟ ਕਰਨੀ ਆ ਸੋ ਸਿੰਪਲ ਮਾਈਕਰੋਸਕੋਪ ਦੀ ਜਿਹੜੀ ਅਸੀਂ ਇਸ ਤਰੀਕੇ ਨਾਲ ਡਾਇਗਰਾਮ ਪਲਾਟ ਕਰਕੇ ਆਵਾਂਗੇ u d ਵਗੈਰਾ ਐਕਸੈਕਟਰਾ ਜਿਹੜੀ ਇਹਦੀ ਫੋਕਲ ਲੈਂਥ ਆ ਜੀ ਦਿਸ ਇਜ਼ f ਸੋ ਸੈਂਟਰ ਤੋਂ ਲੈ ਕੇ ਇੱਥੇ ਤੱਕ ਬੱਚੇ ਕੀ ਹੈ ਐਫ ਪ੍ਰੋਪਰ ਜਿਹੜੀ ਇਹਦੀ ਲਿਖ ਕੇ ਆਉਂਗੇ ਪੁਆਇੰਟ ਏ ਬੀ ਏ ਡੈਸ਼ ਬੀ ਡੈਸ਼ ਪ੍ਰੋਪਰ ਬੱਚੇ ਪੁਆਇੰਟਸ ਲਿਖ ਕੇ ਆਵਾਂਗੇ ਤਾਂ 2 ਮਾਰਕਸ ਜਿਹੜੇ ਆ ਤੁਹਾਡੇ ਈਜ਼ੀਲੀ ਜਿਹੜੇ ਆ ਜਾਣਗੇ ਸੋ ਨੈਕਸਟ ਕੁਐਸਚਨ ਦੇਖਦੇ ਹਾਂ ਬੱਚੇ ਟਰਾਈ ਕਰਨਾ ਕਿ ਪੁਆਇੰਟ ਕੱਲਾ ਜਿਹੜਾ ਮੈਂਸ਼ਨ ਹੋਣਾ ਚਾਹੀਦਾ ਆ F1 F2 2F A ਡੈਸ਼ B ਡੈਸ਼ A B ਪ੍ਰੋਪਰ ਠੀਕ ਹੈ ਨੈਕਸਟ ਕੁਐਸਚਨ ਦੇਖੋ कैलकुलेट द फोकल लेंथ ऑफ अ मैगनीफाइंग ग्लास असी मैगनीफाइंग ग्लास की बच्चे फोकल लेंथ जी एफ पता करनी आ पावर सानू गिवन है 50 फाइनल इमेज जी फॉर्मड एट 25 सेंटीमीटर मतलब सानू डी गिवन है बहुत सिंपल जिहा नुमैरिकल बच्चे पूछा गया है सो असी गिवन दे विच लिखांगे जो टर्म सानू गिवन है दैन असी फाइंड करना मैगनीफाइंग ग्लास बच्चे साडे कोल फॉर्मूला है m इज इक्वल टू 1 प्लस d ओवर f सानू d भी गिवन है और मैगनीफाइंग पावर भी जी सानू गिवन है सो असी पुट कर दित्तियां वैल्यूज़ सिंपल है राजे m गिवन है सानू असी पावर लिख दिता 50 प्लस इज इक्वल टू 1 प्लस d सानू कितना गिवन है 25 डिवाइडेड बाय f सो बच्चे i नू सब तो पहला दूसरी तरफ ले जाने आ 1 नू जिहड़ा दूसरी तरफ लैके जावांगे सिंपल बच्चे स्टैप बाय स्टैप तुसीं इहनूं सॉल्व कर सकते हैं सो 50 माइनस 1 इज इक्वल्स टू 25 डिवाइडेड बाय f सो साडे कोल आ जाएगा 49 इज इक्वल्स टू 25 डिवाइडेड बाय f सो f नूं इधर ले जाओ 49 नूं इस तरफ ले आओ सो f का आंसर कितना आ जाएगा 25 डिवाइडेड बाय 49 सो डिवाइड करके देख लेना बच्चे तुहाडा आंसर आ जाएगा 0.51 डन सो उन्होंने बच्चे कैलकुलेट द फोकल लेंथ क्या सी f पता करने लई क्या सी सो असीं f की वैल्यू जिहड़ी आ फाइंड आउट कर ली क्लीयर है बच्चे सिंपल जिहा नुमैरिकल है
बच्चे क्वेश्चन नंबर जो 7 है, 7 क्वेश्चन नंबर जो CBSE पैटर्न के अकॉर्डिंगली ये क्वेश्चन इंपॉर्टेंट है। पंजाब बोर्ड के अकॉर्डिंगली राजे इदा का क्वेश्चन बहुत रेयर चांसिस आ कि पूछे जान, बट हुण सैंपल पेपर के विच आया तो बच्चे ट्राई करो कि इदा के क्वेश्चन जरूर जोड़े आ सॉल्व करके जाओ। द फॉलोइंग ग्राफ शोज द वेरिएशन ऑफ अ स्टॉपिंग पोटेंशियल विद द फ्रीक्वेंसी म्यू ऑफ द इंसीडेंट रेडिएशन फॉर द टू फोटो सेंसिटिव प्लेट P एंड Q। हुण साडे कोल दो अलग अलग प्लेट्स आ P एंड Q, ठीक है। एक प्लेट किहड़ी आ P ते दूसरी प्लेट किहड़ी आ Q। दोनों के उपर जो असीं रेडिएशनस फॉल कीतियां साडे कोल इस तरीके का एक ग्राफ प्लॉट हो गया। इस तरीके का की आया एक ग्राफ। कहते एक्सप्लेन विच मैटल हैज़ अ स्मॉलेस्ट थ्रैशहोल्ड फ्रीक्वेंसी। दोनों के विचों थ्रैशहोल्ड फ्रीक्वेंसी केदी कहते स्मॉल आ, घट केदी आ। हुण ध्यान दिओ बच्चे, ਅਸੀਂ ਕਹਿੰਦੇ ਆ ਥ੍ਰੈਸ਼ਹੋਲਡ ਵੇਵਲੈਂਥ, ਸੌਰੀ ਥ੍ਰੈਸ਼ਹੋਲਡ ਵੇਵਲੈਂਥ ਕੀ ਹੁੰਦੀ ਆ? ਮਿਨੀਮਮ ਵੇਵਲੈਂਥ ਜਿੱਥੇ ਜਾ ਕੇ ਤੁਹਾਡੇ ਜਿਹੜੇ ਆ ਇਲੈਕਟ੍ਰੋਨਸ ਆ ਉਹ ਮੈਟਲ ਦੇ ਵਿੱਚੋਂ ਬਾਹਰ ਜਾਣੇ ਸਟਾਰਟ ਹੋ ਜਾਂਦੇ ਆ। ਸੋ ਬੱਚੇ ਫਰਸਟ ਆ ਐਕਸਪਲੇਨ ਵਿਚ ਮੈਟਲ ਹੈਜ਼ ਦ ਸਮੋਲੈਸਟ ਥ੍ਰੈਸ਼ਹੋਲਡ ਫ੍ਰੀਕੁਐਂਸੀ। ਦੋਨਾਂ ਦੇ ਵਿੱਚੋਂ ਥ੍ਰੈਸ਼ਹੋਲਡ ਫ੍ਰੀਕੁਐਂਸੀ ਕਿਹਦੀ ਆ? ਸੋ ਇਸ ਤਰੀਕੇ ਨਾਲ ਬੱਚੇ ਗ੍ਰਾਫ ਆ, ਦਿਸ ਇਜ਼ P ਐਂਡ ਦਿਸ ਇਜ਼ Q, ਦਿਸ ਇਜ਼ 0.5 ਐਂਡ 1.0। ਇੱਧਰ ਕੀ ਆ ਤੁਹਾਡੀ म्यू, मतलब कि फ्रीक्वेंसी गिवन है। हुण खुद देखो बच्चे 0.5 ज़्यादा या कि 1.0 ज़्यादा? डेफिनेटली 1.0 ज़्यादा आ। फ्रीक्वेंसी किहदी ज़्यादा आ? 1.0 दी ज़्यादा आ। हुण वेवलेंथ किहदी होएगी? सो बच्चे म्यू किहदे इक्वल हुंदी आ? C डिवाइडेड बाय लैम्डा। जेदी फ्रीक्वेंसी ज़्यादा है उहदा वेवलेंथ की होएगी? घट। इहदा मतलब इहदी वेवलेंथ घट होएगी तां P दी जिहड़ा आ फ्रीक्वेंसी होएगी ज़्यादा। क्लियर हो गया? सो असी लिख दिता देयरफॉर मैटल P हैज़ द लार्जेस्ट थ्रैशहोल्ड वेवलेंथ। सो वेवलेंथ होदी की होएगी? ज़्यादा होएगी। सेकंड उन्होंने पार्ट पूछा है एक्सप्लेन गिवन रीजन विच मैटल अमिट फोटो इलैक्ट्रॉन्स हैविंग स्मॉल काइनेटिक एनर्जी। बच्चे हुण स्मॉल काइनेटिक एनर्जी किहदी होएगी? सानू काइनेटिक एनर्जी का फॉर्मूला पता है कि काइनेटिक एनर्जी हाफ mv² जी काइनेटिक एनर्जी आ किहदे इक्वल हुंदी है? H म्यू माइनस H म्यू नॉट। सो इत्थों असीं डायरैक्ट लिख सकते हैं जी एनर्जी है दैट इज़ डायरैक्टली प्रोपोर्शनल टू फ्रीक्वेंसी। जिहदी फ्रीक्वेंसी ज़्यादा आ उहदी एनर्जी ज़्यादा होएगी। हुण ग्राफ दे असीं ग्राफ चैक कर लैंदे आ राजी। साडा इस तरीके का ग्राफ है, दिस इज़ P और दिस इज़ Q। फ्रीक्वेंसी किहदी ज़्यादा आ? डेफिनेटली Q दी ज़्यादा आ। जिहदी फ्रीक्वेंसी ज़्यादा होएगी उहदी एनर्जी भी ज़्यादा होएगी बिकॉज बोथ आर डायरैक्टली प्रोपोर्शनल टू ईच अदर। सो असीं लिख दिता काइनेटिक एनर्जी ऑफ एमिटेड फोटोन इज डायरैक्टली प्रोपोर्शनल टू द फ्रीक्वेंसी ऑफ इंसीडेंट रेडिएशन। मैटल Q हैविंग लार्जर इंसीडेंट फ्रीक्वेंसी, क्योंकि Q दी इंसीडेंट फ्रीक्वेंसी की आ ज़्यादा आ, विच हैज़ अ लार्जेस्ट काइनेटिक एनर्जी। सो काइनेटिक एनर्जी भी किहदी होएगी? Q दी ज़्यादा होएगी। क्लियर हो गया बच्चे? आ P आ, सैकेंड नंबर ते Q आ, इहदी फ्रीक्वेंसी ज़्यादा आ तो इहदी एनर्जी भी ज़्यादा होएगी। थर्ड पॉइंट आ इफ द डिस्टेंस बिटवीन द लाइट सोर्स एंड मैटल P इज़ डबल। मान लो असी डिस्टेंस जिहड़ा है वधा दिता, इनक्रीज कर दिता, हाउ विल द स्टॉपिंग पोटेंशियल चेंज? स्टॉपिंग पोटेंशियल ते की फर्क पेगा? काइनेटिक एनर्जी ऑफ एमिटेड फोटो इलैक्ट्रॉन इज इंडिपेंडेंट ऑफ द इंटेंसिटी ऑफ इंसीडेंट लाइट। इंटेंसिटी ते डिपेंड नहीं करती काइनेटिक एनर्जी, हैंस काइनेटिक एनर्जी ऑफ द एमिटेड फोटो इलैक्ट्रॉन्स रिमेन्स अनचेंज। इस करके काइनेटिक एनर्जी तो कोई फर्क नहीं पेगा इफ द डिस्टेंस बिटवीन द लाइट सोर्स एंड मैटल P इज़ हाफ और डबल। इत्थे हाफ नहीं आएगा बच्चे, डबल आएगा। जी अगर असी हाफ या डबल कर देंगे उत्ते कोई भी फर्क नहीं पेगा। ठीक है, इत्थे मेरे तो बच्चे हाफ टाइप हो गया, इत्थे डबल जिहड़ा आ तुसीं कर लेना। क्लीयर हो गया? सो नैक्सट बच्चे 8th क्वेश्चन चैक करते हैं। बच्चे क्वेश्चन नंबर 8th देखो, प्लॉट अ ग्राफ शोइंग अ वेरिएशन ऑफ स्टॉपिंग पोटेंशियल V0 विद अ फ्रीक्वेंसी V। बच्चे इत्थे V नहीं आएगा, इत्थे आएगी फ्रीक्वेंसी म्यू of the incident radiation of a given photosensitive material, hence state the significance of a threshold frequency in photoelectric emission and write the value of slope। असी slope निकालनी आ और interpretation from the graph। so graph तो असी interpretate करना भी किस तरीके का जिहड़ा graph है। बच्चे उपर वाला ग्राफ तुसीं देख सकते हैं V0 और म्यू के विचकार ही जिहड़ा यह ग्राफ बनिया होया। सो असी सेम ग्राफ भी जिहड़ा आ प्लॉट कर सकते हैं। सो बच्चे ग्राफ समझ लो, एक तरफ असी लवांगे स्टॉपिंग पोटेंशियल, सेकंड जो टाइप असी लवांगे फ्रीक्वेंसी। ठीक है, एक्स एक्सिस से फ्रीक्वेंसी और वाई एक्सिस से स्टॉपिंग पोटेंशियल। सो असी जिन्ने मर्जी जड़े मैटल सरफेस लै सकते हैं, कोई भी फोटो सेंसिटिव मटीरियल जड़ा गिवन प्लेट आ लै सकते हैं। सो मान लो जी एक प्लेट आ उत्थों जी इस तरीके की जी आ साडी एक लाइन बन जाती। मान लो कि जो ये बन गई एक्स दी। ठीक है, एक्स मटीरियल की जो कह लो फ्रीक्वेंसी आ इस तरीके की बन गई। जो सैकेंड ग्राफ आ मान लो इस तरीके का बन गया। ठीक है, वाई दी है। सो एक्स वाई या फिर पी क्यू की जी है
इस तरीके नाल जिहड़ा ग्राफ है वो तुहाडा प्लॉट हो गया। म्यू नॉट इज़ अ थ्रैशहोल्ड फ्रीकुएंसी। डन। सो अगर असीं दो रेज ऑफ मटीरियल्स लैंदे आ, मटीरियल ए मटीरियल बी या एक्स वाई, सो कुछ इस तरीके का जोड़ा ग्राफ है तुहाडा बन जाएगा। हुण आपां चलदे हां राजे मेन आर्टिकल दे उत्ते, द वेरीएशन ऑफ अ स्टॉपिंग पोटेंशियल विद फ्रीकुएंसी ऑफ इंसीडेंट रेडिएशन इज शोन इन फिगर। हुण राजे जदों असीं स्लोप लवांगे, स्लोप देख लो, एक इस तरीके नाल रे ऑफ लाइट जा रही है, डॉटेड लाइन है, एक रे ऑफ लाइट इस तरीके नाल जा रही है। असीं की कीता, इत्थे परपेंडिकुलर ड्रॉ कीता, ठीक है जी। दिस इज पॉइंट ए एंड दिस इज बी एंड सी। इत्थे जो एंगल बन रहा दैट इज थीटा एंगल। आ की है बच्चे म्यू नॉट थ्रैश होल्ड फ्रीकुएंसी। और स्लोप किस तरीके ना निकालांगे, सो दिस इज स्लोप। स्लोप कितना निकालांगे, एच डिवाइडेड बाय ई, ठीक है जी। सो एच डिवाइडेड बाय ई जी असी स्लोप निकालांगे। सो इस तरीके का ग्राफ है। सो इनू बच्चे लिखांगे किदा, द स्लोप ऑफ स्टॉपिंग पोटेंशियल वर्सिस फ्रीकुएंसी ऑफ इंसीडेंट रेडिएशन गिव्स द रेशियो ऑफ प्लैंक्स कॉन्स्टेंट एंड इलैक्ट्रॉनिक चार्ज। सो किहदी रेशियो हुंदी आ, एच ओवर ई मतलब प्लैंक्स कॉन्स्टेंट डिवाइडेड बाय ई। सो बच्चे नेक्स्ट उन्होंने क्या आया, intercept on the frequency x is given by the value of threshold frequency mu naught, that is minus h mu naught divided by e। ये होगी थोड़ी potential axis। सो ये बच्चे बेसिकली CBSE बोर्ड का क्वेश्चन है, बट हुण तुहाडे सैंपल पेपर के अंदर आया होया, तो बच्चे एक बार जिहड़ा आ तुसीं इहनूं देख के जरूर जाना है, इदां दे क्वेश्चन जिहड़े आ तुसीं करके जरूर जाने आ, ठीक है। सो नेक्स्ट क्वेश्चन देखते हैं। सो बच्चे नेक्स्ट क्वेश्चन देखो, कैलकुलेट द रेशियो ऑफ एक्सेलरेटिंग पोटेंशियल रिक्वायर्ड टू एक्सेलरेट प्रोटॉन अल्फा पार्टिकल टू हैव द सेम डी ब्रॉगली वेवलेंथ एसोसीएटेड विद दैम। हुण बच्चे असीं रेशियो निकालनी आ। सो रेशियो निकालांगे तो पहला इलैक्ट्रॉन और प्रोटॉन दी आपां वैल्यूज़ निकाल लैंदे आ। सो बच्चे असीं लिखांगे वेलोसिटी एक्वायर बाय अ पार्टिकल इज़ वी, दैन जो बच्चे एनर्जी होएगी क्यू वी इज इक्वल टू किहदे इक्वल आ जाएगी, काइनेटिक एनर्जी दी, दैट इज़ हाफ एम वी स्क्वेयर। असीं की कीता, उपर एक एम दे नाल मल्टीप्लाई कर दिता और एम दे नाल डिवाइड कर दिता। सो साडे कोल की आ जाएगा एम स्क्वेयर डिवाइडेड बाय एम। वट इज़ एम वी, मास इंटू वेलोसिटी इज इक्वल टू पी, मोमेंटम ऑफ पार्टिकल, ठीक है। सो असी एम वी की जगह पर की आ पी लिख सकते हैं। सो पी बच्चे असी लिख दिता। हुण की इधर क्यू वी है, 2m दूसरी तरफ लैके जावांगे तो की बन जाएगा 2m/QV, ठीक है जी। सो पी स्केयर का आंसर कितना आ गया 2m/QV। हुण स्केयर हटा दो, दूसरी तरफ की बन जाएगा अंडर रूट। सो इस तरीके ना बच्चे साडे को पी की वैल्यू आ गई। नाउ डी ब्रॉगली वेवलेंथ, डी ब्रॉगली वेवलेंथ की बच्चे वैल्यू कितनी होंगी, लैमडा इज इक्वल टू एच डिवाइडेड बाय पी। एच की जगह तो एच लिख दिता, पी की जगह तो की लिखिया √2m/QV। सो साडे को बच्चे इत्थे दो जिहड़े कह लो प्रोटोन एंड अल्फा पार्टिकल गिवन है। सो असीं लिख दिता प्रोटोन दे लई अलग तो वेव लिख दी और अल्फा दे लई अलग तो। सानू बच्चे क्वेश्चन दे विच गिवन आ कि जिहड़ी उहदी वेवलेंथ आ वो इक्वल है, मतलब वेवलेंथ इक्वल आ तो आ टर्म दे इक्वल आ जाएगी। जिथे एच दे नाल एच कैंसल, √2 दे नाल √2 कैंसल। सो आ वाला सारा अंडर बच्चे अंडर दे नाल कैंसल। सो की आ गया एम पी वी जिहड़ा आ MP V जिहड़ा अल्फा दे इक्वल आ गया। रेशो किहदी गई आ, पोटेंशियल दी। सो पोटेंशियल नूं बच्चे एक पासे लिख लो VP, आ टर्म इधर आएगी तो डिवाइडेड बाय आएगी, MQSH इत्थे लिखिया रहंदा तो आ टर्म दूसरे पासे जाएगी तो नीचे आ जाएगी। सानू पता बच्चे मास ऑफ अल्फा पार्टिकल इज़ 4 टाइम्स द इलैक्ट्रॉन और प्रोटोन। सो मास की जगह तो की लिख दिता 4m, MP की जगह तो की लिख दिता m, चार्ज जिहड़ा बच्चे 2 टाइम्स हुंदा, सो 2 टाइम लिख दिता, इहदी जगह ते E लिख दिता, m दे नाल m कैंसल, E दे नाल E कैंसल, 4 2 जा 8। सो साडे को रेशो कितनी आ गई 8:1। सो बच्चे प्रोटोन जिहड़ा आ प्रोटोन ओवर अल्फा पार्टिकल की अगर असी रेशो निकालते हैं पोटेंशियल की, दैन साडे को आंसर आ जाएगा 8:1। क्लीयर हो गया जी। सो बच्चे नेक्स्ट क्वेश्चन नंबर 9 10 11 12 बच्चे ये सारी सिंपल क्वेश्चंस है। आई होप कि बच्चे थियोरी वाले क्वेश्चंस है तुसी ईजीली कर लूँगे। बाकी जो बच्चे रीजनिंग वाले क्वेश्चन सी या फिर नुमैरिकल सी वो मैं थोड़ा सॉल्व करवा दिते हैं, पर इन्हां विचों बच्चे 1 and 2 मार्क्स की किसी भी क्वेश्चन होर किसी प्रॉब्लम होएगी तो बच्चे दस देना। एक्चुअली मैनू लगता सीगा कि ये बच्चे कर लैणगे, दैट इज़ वाई मैं स्किप ही कर रही सी इसनूं। सो बच्चे टाइम की शॉर्टेज होने करके सो मैं सारा सैंपल पेपर जड़ा नहीं सॉल्व करवा पाई। पर हाँ अगर बच्चे 3 मार्क्स के क्वेश्चन ये अनइम्पोर्टेंट क्वेश्चन जोड़े आ थोड़े आए हुए आ, अगर थानू 3 मार्क्स के किसी क्वेश्चन भी प्रॉब्लम है तो बच्चे कमेंट सैक्शन दे देना
ਕੱਲ ਸੁਬਾਹ ਤੱਕ ਜਾਂ ਕੱਲ 12-1 ਵਜੇ ਤੱਕ ਜਿਹੜੀ ਆ ਤੁਹਾਨੂੰ ਇਹਦੇ ਸੋਲਿਊਸ਼ਨਸ ਆ ਉਹ ਮਿਲ ਜਾਣਗੇ। ਸੋ ਬੱਚੇ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਕਰ ਜਾਣਾ ਔਰ ਮੈਕਸਿਮਮ ਸ਼ੇਅਰ ਕਰ ਦੇਣਾ। ਥੈਂਕ ਯੂ ਸੋ ਮਚ।